ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਔਰ ਇਹ ਵੀ ਉਮੀਦ ਰੱਖਦੇ ਹਾਂ ਵੀ ਗੁਰਬਾਣੀ ਦੇ ਬਚਨ ਸੁਣ ਕੇ ਆਪਾਂ ਆਪਣੇ ਆਪਣੇ ਲੈਵਲ ਤੇ ਇੰਡੀਵਿਜੂਅਲੀ ਨਾਮ ਅਭਿਆਸ ਜ਼ਰੂਰ ਕਰਦੇ ਹੋਵਾਂਗੇ। ਗੁਰਬਾਣੀ ਦਾ ਫਰਮਾਨ ਹੈ, ਸੇਵਕ ਭਾਏ ਸੇ ਜਨ ਮਿਲੇ, ਗੁਰ ਸ਼ਬਦੇ ਸਵਾਰੇ। ਦਾਸ ਭਾਵਨਾ ਨਾਲ, ਗਰੀਬੀ ਰੂਪ ਨਾਲ। ਗਰੀਬੀ ਰੂਪ ਬਹੁਤ ਜ਼ਰੂਰੀ ਹੈ, ਦਾਸ ਭਾਵਨਾ ਬਹੁਤ ਜ਼ਰੂਰੀ ਹੈ। ਸੇਵਕ ਭਾਏ ਸੇ ਜਨ ਮਿਲੇ, ਦਾਸ ਭਾਵਨਾ ਦੇ ਨਾਲ ਸੇਵਕ ਅਕਾਲ ਪੁਰਖ ਨਾਲ ਮਿਲਾਪ ਕਰਦੇ ਨੇ। ਕਿਸ ਤਰ੍ਹਾਂ? ਗੁਰ ਸ਼ਬਦੇ ਸਵਾਰੇ। ਉਹਨਾਂ ਨੂੰ ਸ਼ਬਦ ਨੇ ਘੜ ਦਿੱਤਾ ਹੁੰਦਾ, ਸ਼ਬਦ ਨੇ ਸਵਾਰ ਦਿੱਤਾ ਹੁੰਦਾ। ਅੱਗੇ ਕਹਿੰਦੇ, ਤੂੰ ਸੱਚਾ ਸਾਹਿਬ ਅਲਖ ਹੈ, ਗੁਰ ਸ਼ਬਦੇ ਲਖਾਰੇ। ਤੈਨੂੰ ਲਖਿਆ ਨਹੀਂ ਜਾ ਸਕਦਾ, ਪਰ ਗੁਰ ਸ਼ਬਦ ਦੇ ਦੁਆਰਾ, ਗੁਰ ਸ਼ਬਦ ਦੇ ਜ਼ਰੀਏ, ਨਾਮ ਜਪਣ ਦੇ ਨਾਲ, ਨਾਮ ਅਭਿਆਸ ਦੇ ਨਾਲ ਤੇਰੀ ਸੂਝ ਜ਼ਰੂਰ ਪੈ ਜਾਂਦੀ ਹੈ। ਸੋ ਆਪਾਂ ਲਫ਼ਜ਼ ਵਿਚਾਰ ਰਹੇ ਹਾਂ ਗੋਪਣਾ। ਪਿਛਲੀ ਕੜੀ ਨੂੰ ਜੋੜਦਿਆਂ ਆਪਾਂ ਅੱਗੇ ਵਿਚਾਰ ਅੱਜ ਤੋਰਦੇ ਹਾਂ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ਬਦ ਲੈ ਕੇ। ਸ਼ਬਦ ਹੈ, ਜਿਸ ਅੰਦਰ ਤਾਤ ਪਰਾਈ ਹੋਵੇ, ਉਸ ਦੇ ਆਖਿਆਂ ਕੋਏ ਨਾ ਲੱਗੈ, ਨਿਤ ਉਜਾੜੀ ਪੁਕਾਰੇ ਖਲਾ। ਇਹ ਸ਼ਬਦ ਹੈ ਪੰਨਾ ਨੰਬਰ 308 ਤੇ। ਸੋ ਤਾਤ ਪਰਾਈ ਨੂੰ ਪਹਿਲਾਂ ਸਮਝ ਲਓ। ਤਾਤ ਪਰਾਈ ਬੜਾ ਸਿੰਪਲ ਮੀਨਿੰਗ ਹੈ, ਕਿਸੇ ਬਾਰੇ ਪਾਪ ਬਿਰਤੀ ਰੱਖਣੀ ਮਨ ਦੇ ਵਿੱਚ। ਗੁਰਬਾਣੀ ਮਨ ਨੂੰ ਹੀ ਠੀਕ ਕਰਨ ਵਾਸਤੇ ਹੈ। ਮਨ ਜਦੋਂ ਠੀਕ ਹੋ ਗਿਆ, ਮਨ ਦੇ ਵਿਚਾਰ ਖੜ ਗਏ, ਫਿਰ ਉਹਦਾ ਅਸਰ ਸਾਡੇ ਤਨ ਤੇ ਵੀ ਹੋਣਾ। ਇੱਥੋਂ ਤੱਕ ਕਿ ਫਿਰ ਦੇਹੀ ਵੀ ਜਿਹੜੀ ਹੈ, ਇਹ ਰੋਗ ਮੁਕਤ ਹੋ ਜਾਂਦੀ ਹੈ। ਸ਼ਲੋਕ ਮਹਲਾ ਚੌਥਾ। ਜਿਸ ਅੰਦਰ ਤਾਤ ਪਰਾਈ ਹੋਵੇ, ਤਿਸ ਦਾ ਕਦੇ ਨਾ ਹੋਵੀ ਭਲਾ। ਹੁਣ ਜਿਹਦੇ ਅੰਦਰੋਂ ਲੋਕਾਂ ਪ੍ਰਤੀ ਪਾਪ ਬਿਰਤੀ ਨਹੀਂ ਮੁੱਕੀ, ਲੋਕਾਂ ਪ੍ਰਤੀ ਪਾਪ ਬਿਰਤੀ ਪਾਲੀ ਬੈਠਾ ਅੰਦਰ ਮਨ 'ਚ, ਉਹਦਾ ਕਦੇ ਵੀ ਭਲਾ ਨਹੀਂ ਹੋ ਸਕਦਾ। ਮਹਾਰਾਜ ਨੇ ਲਿਖ ਕੇ ਦੱਸ ਦਿੱਤਾ, ਪਰ ਅਸੀਂ ਸੋ ਕਾਲਡ ਧਰਮੀ ਹੁੰਦਿਆਂ ਹੋਇਆਂ ਵੀ ਦੂਜੇ ਪ੍ਰਤੀ ਪਾਪ ਬਿਰਤੀ ਰੱਖਦੇ ਹਾਂ। ਸਭ ਦੇ ਮਨਾਂ 'ਚ ਰਹਿੰਦਾ ਕੋਈ ਨਾ ਕੋਈ ਕਿਸੇ ਪ੍ਰਤੀ ਰੰਜਿਸ਼, ਉਹਦਾ ਐ ਹੋ ਜੇ, ਉਹਦਾ ਐ ਹੋ ਜੇ। ਇਹ ਜਦੋਂ ਤੱਕ ਪਾਪ ਬਿਰਤੀ ਨਹੀਂ ਮੁੱਕੂਗੀ, ਸਾਡਾ ਭਲਾ ਨਹੀਂ ਹੋਣਾ।
ਉਸ ਦਾ ਆਖਿਆ ਕੋਈ ਨਾ ਲੱਗੈ, ਨਿਤ ਉਜਾੜੀ ਪੁਕਾਰੇ ਖਲਾ। ਉਹਦੇ ਬਚਨ ਤੇ ਕੋਈ ਇਤਬਾਰ ਨਹੀਂ ਕਰਦਾ। ਜਿਹੜਾ ਪਾਪ ਬਿਰਤੀ ਵਾਲਾ ਬੰਦਾ ਹੈ, ਪਾਪ ਬਿਰਤੀ ਵਾਲਾ ਮਨੁੱਖ ਹੈ, ਉਹਦੇ ਬਚਨ ਤੇ ਕੋਈ ਇਤਬਾਰ ਨਹੀਂ ਕਰਦਾ, ਉਹਦੀ ਗੱਲ ਕੋਈ ਨਹੀਂ ਸੁਣਦਾ। ਉਹ ਇਉਂ ਹੈ ਜਿਵੇਂ ਕੱਲਾ ਹੀ ਉਜਾੜ ਚ ਖਲੋਤਾ ਕੂਕੀ ਜਾਂਦਾ। ਜਿਸ ਅੰਦਰ ਚੁਗਲੋ ਵੱਜੈ, ਕੀਤਾ ਕਰਤਿਆਂ ਉਸ ਦਾ ਸਭ ਗਿਆ। ਕੀਤਾ ਕਰਤਿਆ ਉਸ ਦਾ ਸਭ ਗਿਆ। ਹੁਣ ਜਿਹੜੇ ਬੰਦੇ ਦੇ ਅੰਦਰ ਹਿਰਦੇ ਦੇ ਵਿੱਚ ਚੁਗਲੀ ਕਰਨ ਦਾ ਸੁਭਾਅ, ਉਹ ਚੁਗਲਖੋਰ ਦੇ ਨਾਮ ਨਾਲ ਮਸ਼ਹੂਰ ਹੁੰਦਾ। ਉਹਨੂੰ ਚੁਗਲਖੋਰ ਕਹਿੰਦੇ ਸਾਰੇ। ਤੇ ਉਹਦਾ ਕੋਈ ਵੀ ਚੰਗਾ ਕੀਤਾ ਕੰਮ ਵਿਅਰਥ ਚਲਾ ਜਾਂਦਾ। ਕੀਤਾ ਕਰਤਿਆ ਉਸ ਦਾ ਸਭ ਗਿਆ। ਸੋ ਜੇ ਕਿਤੇ ਮਾੜਾ ਮੋਟਾ ਉਹਨੇ ਰੱਬ ਵਾਲੇ ਪਾਸੇ ਲੱਗ ਕੇ ਬੰਦਗੀ ਕੀਤੀ ਹੈ, ਪਰ ਉਹਦੀ ਬਿਰਤੀ ਨਹੀਂ ਚੇਂਜ ਹੋਈ, ਕੀਤਾ ਕਰਤਿਆ ਉਸ ਦਾ ਸਭ ਗਿਆ। ਹੁਣ ਇੱਥੋਂ ਗੱਲ ਕੀ ਨਿਕਲਦੀ ਆ ਕਿ ਅਸੀਂ ਆਪਣੀ ਸੋਚ ਨੂੰ ਗੁਰਮਤ ਮੁਤਾਬਕ ਢਾਲਣਾ, ਇਹ ਬੜਾ ਕਰੜਾ ਫੈਸਲਾ ਹੈ। ਕੀਤਾ ਕਰਤਿਆ ਉਸ ਦਾ ਸਭ ਗਿਆ। ਸੋਚ ਸਾਡੀ ਜਦੋਂ ਚੰਗੀ ਹੋਊਗੀ, ਪਵਿੱਤਰ ਹੋਊਗੀ, ਨਾਮ ਦਾ ਅਭਿਆਸ ਹੋਊਗਾ, ਸ਼ਬਦ ਦਾ ਮੇਲ ਸੁਰਤੀ ਨਾਲ ਹੋਊਗਾ, ਰੱਬ ਪ੍ਰਗਟ ਆਪੇ ਹੋ ਜਾਊਗਾ ਔਰ ਅੰਦਰ ਪ੍ਰਗਟ ਹੋਊਗਾ। ਸੋ ਇਹਨਾਂ ਚੀਜ਼ਾਂ ਤੋਂ ਬਚਣਾ, ਅਸੀਂ ਇਹਨਾਂ ਦਾ ਬਚਾਅ ਕਰਨਾ ਬਿਲਕੁਲ ਇਮਾਨਦਾਰੀ ਦੇ ਨਾਲ। ਜੇ ਗੁਰਬਾਣੀ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਰਹੇ ਹਾਂ, ਤਾਂ ਉਹ ਵਿਅਰਥ ਚਲਾ ਜਾਊ ਜੇ ਉਹਦਾ ਕਹਿਣਾ ਨਹੀਂ ਮੰਨ ਰਹੇ। ਫਿਰ ਤਾਂ ਉਹ ਇੱਕ ਬਿਲਕੁਲ ਪੂਜਾ ਵਾਲੀ ਗੱਲ ਹੋ ਜਾਊ ਕਿ ਹਾਂਜੀ ਗੁਰੂ ਗ੍ਰੰਥ ਸਾਹਿਬ ਸੁਭਾਈਮਾਨ ਨੇ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਿਆ ਤੇ ਗੱਲ ਖਤਮ। ਪਰ ਮੱਥਾ ਟੇਕ ਕੇ ਗੁਰਸਿੱਖ ਦਾ ਫਰਜ਼ ਹੈ ਉਹਦਾ ਕਹਿਣਾ ਮੰਨਿਆ ਜਾਏ। ਜੇਕਰ ਕਹਿਣਾ ਨਾ ਮੰਨਿਆ ਤਾਂ ਇਹ ਸਮਝ ਲਿਓ ਬਈ ਆਪਾਂ ਬਹੁਤ ਪਿੱਛੇ ਹਾਂ ਹਲੇ, ਕਿਉਂਕਿ ਇਹ ਕਹਿਣੇ ਮੰਨਣ ਦੇ ਨਾਲ ਹੀ ਸਾਡਾ ਸੁਭਾਅ ਚੇਂਜ ਹੋਣਾ। ਸਿੰਪਲ ਲਫ਼ਜ਼ਾਂ ਦੇ ਵਿੱਚ ਹੈ ਵੀ ਜੇ ਗੁਰਬਾਣੀ ਪੜ੍ਹ ਕੇ ਕਿਸੇ ਨੂੰ ਖਿਮਾ ਕਰਨ ਦਾ ਸਾਡੇ 'ਚ ਬਲ ਨਹੀਂ ਆਇਆ, ਗੁਣ ਨਹੀਂ ਆਇਆ, ਤਾਂ ਸਮਝ ਲਓ ਵੀ ਕੁਛ ਵਿਅਰਥ ਜਾ ਰਿਹਾ। ਕੀਤਾ ਕਰਤਿਆ ਉਸ ਦਾ ਸਭ ਗਿਆ। ਜੇਕਰ ਗੁਰਬਾਣੀ ਪੜ੍ਹ ਕੇ ਨਾਮ ਜਪਣ ਵਾਲੀ ਬਿਰਤੀ ਨਹੀਂ ਬਣੀ, ਕਿਉਂਕਿ ਕਹਿਣਾ ਨਹੀਂ ਮੰਨ ਰਹੇ ਅਸੀਂ, ਤਾਂ ਫਿਰ ਵੀ ਜੋ ਵੀ ਕਰ ਰਹੇ ਆ ਉਹ ਫਿਰ ਵੇਸਟ ਚਲਾ ਜਾਊ। ਸੋ ਇਹਦੀ ਪਹਿਲੀ ਨਿਸ਼ਾਨੀ ਹੋਈ ਹੈ ਵੀ ਜਿਹੜਾ ਨਾਮ ਅਭਿਆਸੀ ਹੈ, ਇਹ ਚੀਜ਼ਾਂ ਇੱਕਦਮ ਨਹੀਂ ਹੋਣੀਆਂ। ਇਹ ਸ਼ਬਦ ਨੇ ਸਵਾਰਨਾ। ਜਿਵੇਂ ਪਿੱਛੇ ਦੱਸ ਕੇ ਆਇਆ, ਤੂੰ ਸੱਚਾ ਸਾਹਿਬ ਅਲਖ ਹੈ ਗੁਰ ਸ਼ਬਦ ਲਿਖਾਰੇ, ਸੇਵਕ ਭਾਏ ਸੇ ਜਨ ਮਿਲੇ ਗੁਰ ਸ਼ਬਦੇ ਸਵਾਰ।
शब्द ने ही सानू सवारना, शब्द ने ही सानू घड़ना। सब तो जिहड़ी उत्तम चीज है, साडा सुभाव बदली होना शुरू हो जाना। लोकां प्रति प्यार, निंदा ना करनी किसी दी, चुगली ना करनी किसी दी, बस अपना ऑनेस्टी दे नाल किरत भी करनी है, गृहस्थ भी संभालनी है, ते नाम अभ्यास भी करना है, गुरबाणी ते अमल भी करना है, गुरबाणी दा कहना भी मनना। होर अगे चलिए जी। नित चुगली करे अणहोंदी पराई, मूंह कढ न सकै उस दा काला पिया। ਉਹ ਸਦਾ ਹੀ ਪਰਾਇਆਂ ਦੀ ਝੂਠੀ ਚੁਗਲੀ ਕਰ ਦਿੰਦਾ ਹੈ ਤੇ ਇਸ ਮੂੰਹ ਕਾਲਖੀ ਕਰਕੇ ਕਿਸੇ ਦੇ ਮੱਥੇ ਲੱਗਣ ਜੋਗਾ ਨਹੀਂ ਰਹਿੰਦਾ। ਨਿਤ ਚੁਗਲੀ ਕਰੇ ਅਣਹੋਂਦੀ ਪਰਾਈ, ਇੰਨਾ ਕਰਦਾ, ਇੰਨਾ ਉਹਦਾ ਮੱਥਾ ਕਾਲਾ ਹੋ ਜਾਂਦਾ ਕਿ ਕਿਸੇ ਦੇ ਮੱਥੇ ਲੱਗਣ ਜੋਗਾ ਨਹੀਂ ਰਹਿੰਦਾ। ਤਾਂ ਐ ਵੀ ਸਾਰੀ ਕੀਤੀ ਕਮਾਈ ਜਿਹੜੀ ਆ ਉਹ ਵਿਅਰਥ ਚਲੀ ਜਾਂਦੀ ਹੈ, ਕਿਉਂਕਿ ਮਨ ਦਾ ਸੁਭਾਅ ਚੁਗਲਖੋਰ ਹੈ, ਮਨ ਨਿੰਦਿਆ ਕਰਦਾ ਹੈ, ਤਾਤ ਪਰਾਈ ਹੈ, ਪਾਪ ਬਿਰਤੀ ਹੈ ਦੂਜੇ ਪ੍ਰਤੀ। ਕਰਮ ਧਰਤੀ ਸਰੀਰ ਕਲਯੁਗ ਵਿੱਚ, ਜਿਹਾ ਕੋ ਬੀਜੈ ਤੇਹਾ ਕੋ ਖਾਏ। ਫੈਸਲਾ ਦੇਣ ਲੱਗੇ ਨੇ ਉਹ। ਇਸ ਸ਼ਬਦ ਦੇ 4 ਹਿੱਸੇ ਨੇ। ਚਾਰਾਂ ਹਿੱਸਿਆਂ 'ਚ ਬਹੁਤ ਉੱਚ ਕੋਟੀ ਦਾ ਗਿਆਨ ਹੈ। ਬੜੀਆਂ ਹੀ ਸਾਦੀਆਂ ਗੱਲਾਂ ਨੇ, ਲੇਕਿਨ ਉਹ ਇੰਨੀਆਂ ਕੁ ਤੀਬਰ ਨੇ ਸਾਡੇ ਅੰਦਰ ਕਿ ਅਸੀਂ ਉਹਨਾਂ ਨੂੰ ਮਾਰਨ ਦਾ ਯਤਨ ਸਾਨੂੰ ਰੋਜ਼ ਹੀ ਕਰਨਾ ਪੈਣਾ, ਰੋਜ਼ ਹੀ, ਨਾਮ ਅਭਿਆਸ ਦੇ ਨਾਲ। ਇਹ ਕਲਯੁਗ ਵਿੱਚ ਸਰੀਰ ਰੂਪੀ ਧਰਤੀ ਜੋ ਕਰਮ ਕਰਦੀ ਹੈ, ਭਾਵ ਜਿੱਦਾਂ ਦਾ ਬੀਜ ਮਨੁੱਖ ਬੀਜਦਾ ਉਦਾਂ ਦਾ ਫਲ ਉਹ ਖਾਂਦਾ ਹੈ। ਜਿਹਾ ਕੋ ਬੀਜੇ ਤੇਹਾ ਕੋ ਖਾਏ। ਗੱਲਾਂ ਉੱਪਰ ਤਪਾਵਸ ਨਾ ਹੋਈ, ਵਿਸ ਖਾਧੀ ਤਤਕਾਲ ਮਰ ਜਾਏ। ਕੀਤੇ ਕਰਮਾਂ ਦਾ ਨਵੇੜਾ ਗੱਲਾਂ ਕਰਨ ਨਾਲ ਨਹੀਂ ਮੁੱਕਦਾ। ਹੁਣ ਆਪਾਂ ਇਹ ਗੱਲਾਂ ਹੀ ਕਰ ਰਹੇ ਹਾਂ, ਸੁਣ ਰਹੇ ਹਾਂ, ਲੇਕਿਨ ਇਹਨਾਂ ਨਾਲ ਵੀ ਗੱਲ ਨਹੀਂ ਬਣਨੀ ਜਦੋਂ ਤੱਕ ਅਸੀਂ ਖੁਦ ਆਪ ਨਾਮ ਅਭਿਆਸ ਨਹੀਂ ਕਰਾਂਗੇ। ਹਾਂ, ਨਾਮ ਅਭਿਆਸ ਕੋਈ ਕਰ ਰਿਹਾ, ਆਪਾਂ ਸੁਣ ਰਹੇ ਹਾਂ, ਨਾਲ ਨਾਲ ਆਪਣੀ ਰਸਨਾ ਪਵਿੱਤਰ ਕਰੋ, ਨਾਲ ਨਾਲ ਬੋਲੋ। ਇਹ ਆਪਣਾ ਸੁਭਾਅ ਬਣਾਓ। ਕੋਈ ਵੀ ਕਰਮ ਜਿਹੜੇ ਅਸੀਂ ਕਰੀ ਜਾਂਦੇ ਆ, ਪਾਪ ਬਿਰਤੀ ਵਾਲੇ, ਨਿੰਦਾ, ਚੁਗਲੀ, ਈਰਖਾ, ਇਹਨਾਂ ਦਾ ਨਿਬੇੜਾ ਇਹ ਗੱਲਾਂ ਕਰਨ ਜਾਂ ਸੁਣਨ ਨਾਲ ਨਹੀਂ ਹੋਣਾ। ਜੇ ਕੋਈ ਜ਼ਹਿਰ ਖਾਂਦਾ ਹੈ ਤੇ ਉਹ ਫੌਰਨ ਮਰੇਗਾ। ਵਿਸ ਖਾਧੀ ਤਤਕਾਲ ਮਰ ਜਾਏ। ਹਰ ਕਰਮ ਦਾ ਤੁਹਾਨੂੰ ਲੇਖਾ ਦੇਣਾ ਪੈਣਾ। ਹਰ ਕਰਮ ਨੇ ਤੁਹਾਡੇ ਅੱਗੇ, ਤੁਹਾਡੇ ਆਤਮਿਕ ਰਾਹ ਦੇ ਅੱਗੇ ਹਰਡਲ ਬਣ ਕੇ ਖੜਨਾ, ਚਾਹੇ ਉਹ ਛੋਟਾ ਹੈ, ਚਾਹੇ ਉਹ ਵੱਡਾ। ਵਿਸ ਖਾਧੀ ਤਤਕਾਲ ਮਰ ਜਾਏ। ਜੇ ਕੋਈ ਜ਼ਹਿਰ ਖਾਏਗਾ ਤੇ ਉਹ ਫੌਰਨ ਮਰੇਗਾ। ਭਾਈ ਵੇਖੋ ਨਿਆਉ ਸੱਚ ਕਰਤੇ ਕਾ, ਜਿਹਾ ਕੋਈ ਕਰੇ ਤੇਹਾ ਕੋਈ ਪਾਏ।
मन आ सत प्रभु दा फैसला देख, जिद्दां दा कोई काम करदा उदां दा उहनूं फल मिलदा। सिंपल। भाई वेखो, मन अपने मन नूं न्यायों सच करते का, ਉਹ ਮਨਾ ਅਕਰਤੇ ਪੁਰਖ ਦਾ ਨਿਆਂ ਦੇਖ, ਜਸਟਿਸ ਦੇਖ ਉਹਦਾ। ਜਿੱਦਾਂ ਦਾ ਕੋਈ ਕਰਮ ਕਰੇਗਾ ਉਦਾਂ ਦਾ ਫਲ ਉਹਨੂੰ ਮਿਲ ਜਾਣਾ। ਜਨ ਨਾਨਕ ਕੋ ਸਭ ਸੋਝੀ ਪਾਈ। ਦੇਖੋ ਕਿਤੇ ਕਿਤੇ ਕੀ ਹੈ ਵੀ ਬੇਅੰਤ ਹੈ, ਤੂੰ ਅਲੱਖ ਹੈ, ਪਰ ਕਤੇ ਕਤੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਜਨ ਨਾਨਕ ਕੋ ਸਭ ਸੋਝੀ ਪਾਈ। ਸ਼ਬਦ ਬਹੁਤ ਪਾਵਰਫੁਲ ਹੈ। ਇਹਨੇ ਨਾਮ ਅਭਿਆਸ ਨੇ ਜਾਂ ਨਾਮ ਜਪਣ ਨੇ ਪਤਾ ਨਹੀਂ ਕਿੱਥੇ ਤੱਕ ਲੈ ਕੇ ਜਾਣਾ, ਕੋਈ ਪਤਾ ਨਹੀਂ। ਸੋ ਨਾਨਕ ਜੋਤ ਕੀ ਕਹਿੰਦੀ ਹੈ ਕਿ ਕਰਤਾ ਪੁਰਖ ਅਭਿਆਸੀ ਨੂੰ ਨਾਮ ਜਪਣ ਤੇ ਸੁਣਨ ਤੱਕ ਦੀ ਸੋਝੀ ਪ੍ਰਦਾਨ ਕਰੇ। ਜਨ ਨਾਨਕ ਕੋ ਸਭ ਸੋਝੀ ਪਾਈ, ਹਰ ਦਰ ਕੀਆਂ ਬਾਤਾਂ ਆਖ ਸੁਣਾਏ। ਹਰ ਸ਼ਬਦ ਦਾ ਲਖਾਇਕ ਹੈ। ਨਾਮ ਜਪਣ ਦੇ ਕਾਰਨ ਜਪ ਜਪ ਕੇ ਹੀ ਇਹ ਸੁਣਨਾ ਸ਼ੁਰੂ ਹੋ ਜਾਂਦਾ। ਹਰ ਦਰ ਕੀਆਂ ਬਾਤਾਂ ਆਖੇ ਸੁਣਾਏ। ਦਰ ਦੀ ਬਾਤ ਕੀ ਹੈ? ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੋਰ ਉੱਥੇ ਦੁਨਿਆਵੀ ਗੱਲਾਂ ਥੋੜੀ ਨੇ। ਦਰ ਦੀਆਂ ਬਾਤਾਂ, ਹਰ ਦਰ ਦੀਆਂ ਬਾਤਾਂ ਕੇਵਲ ਤੇ ਕੇਵਲ ਨਾਮ ਵੱਲ ਇਸ਼ਾਰਾ ਹੈ, ਕੇਵਲ ਤੇ ਕੇਵਲ ਸ਼ਬਦ ਵੱਲ ਇਸ਼ਾਰਾ ਹੈ, ਕੇਵਲ ਸ਼ਬਦ ਵੱਲ ਇਸ਼ਾਰਾ ਹੈ। ਸ਼ਬਦ ਦਾ ਜਪਣਾ ਇੰਨਾ ਜ਼ਰੂਰੀ ਹੈ। ਜੇਕਰ ਹਰ ਕੀਆਂ ਬਾਤਾਂ ਗੱਲਾਂ ਹੋਣ ਤੇ ਉੱਤੇ ਕਹਿ ਰਹੇ ਗੱਲਾਂ ਉੱਪਰ ਤਪਾਵਸ ਨਾ ਹੋਈ, ਵਿਸ ਖਾਧੀ ਤਤਕਾਲ ਮਰ ਜਾਏ। ਸੋ ਇਹ ਜਿਹੜੀਆਂ ਹਰ ਦਰ ਕੀਆਂ ਬਾਤਾਂ ਨੇ ਇਹ ਕੇਵਲ ਸ਼ਬਦ ਦਾ ਜ਼ਿਕਰ ਹੈ। ਇਹ ਸ਼ਬਦ ਜਿਉਂ-ਜਿਉਂ ਅਸੀਂ ਜਪਾਂਗੇ ਤਿਉਂ-ਤਿਉਂ ਅਭਿਆਸੀ ਨੂੰ ਇਸ ਸੁਣਨ ਦੀ ਅਵਸਥਾ ਤੱਕ ਪਹੁੰਚਣ ਦੀ ਸੋਝੀ ਪ੍ਰਦਾਨ ਕਰੂ। ਜਪ ਬਾਣੀ ਚ ਅਸੀਂ ਵਿਚਾਰ ਕੇ ਆਏ ਹਾਂ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਫਿਰ ਸੁਣਿਆ ਪੋਇ ਨ ਸਕੈ ਕਾਲ। ਦੇਖੋ ਇਹ ਸ਼ਬਦ ਦੇ ਨਾਲ ਹੀ ਸੰਭਵ ਹੋਣਾ ਸਾਰਾ ਕੁਝ। ਸੋ ਪਾਪ ਬਿਰਤੀ ਰੱਖਾਂਗੇ ਸਾਡਾ ਭਲਾ ਨਹੀਂ ਹੋਣਾ। ਪਾਪ ਬਿਰਤੀ ਰੱਖਾਂਗੇ ਸਾਡੇ ਤੇ ਕਿਸੇ ਨੇ ਇਤਬਾਰ ਨਹੀਂ ਕਰਨਾ। ਸਾਡਾ ਚੁਗਲੀ ਦਾ ਸੁਭਾਅ ਹੋਊਗਾ, ਸਾਨੂੰ ਸਾਰਿਆਂ ਨੇ ਚੁਗਲਖੋਰ ਕਹਿਣਾ। ਠੀਕ ਹੈ, ਬਿਲਕੁਲ ਠੀਕ ਹੈ। ਝੂਠੀ ਚੁਗਲੀ ਦੇ ਕਾਰਨ ਸਾਡਾ ਮੂੰਹ ਕਾਲਾ ਹੋਣਾ। ਜਿੱਦਾਂ ਦਾ ਕਰਮ ਕਰਾਂਗੇ ਸਾਨੂੰ ਉਦਾਂ ਦਾ ਫਲ ਮਿਲਣਾ। ਤੇ ਕੀਤੇ ਕਰਮਾਂ ਦਾ ਨਵੇੜਾ ਨਿਰੀਆਂ ਗੱਲਾਂ ਨਾਲ ਨਹੀਂ ਹੋਣਾ। ਸ਼ਬਦ ਦੀ ਕਮਾਈ ਕਰਨੀ ਪੈਣੀ ਹੈ। ਕਮਾਈ ਕਰ ਕਰਕੇ ਰਾਮ ਰਾਮ ਬੋਲ ਬੋਲ ਸੇਵਾ ਕਰਕੇ, ਸ਼ਬਦ ਦੀ ਸੇਵਾ ਕਰਕੇ ਸਾਡੀ ਅਵਸਥਾ ਜਿਹੜੀ ਹੈ ਉਹ ਪ੍ਰਮਾਤਮਾ ਵਾਲੇ ਪਾਸੇ ਜਾਣੀ ਹੈ। ਸਾਡੀ ਸੁਰਤੀ ਜਿਹੜੀ ਆ ਉਹ ਪ੍ਰਮਾਤਮਾ ਵਾਲੇ ਪਾਸੇ ਜਾਣੀ ਹੈ।
शब्द का अगला हिस्सा करिए। यह है महला चौथा। होंदा प्रतख गुरु जो विछड़े तिनको दर ढोई नाही। जिन्हां अभ्यासियां दे अंदर अजे अकाल पुरख प्रगट नहीं होया या खड़ा नहीं होया, उस सदा ही ढाहां मारदे फिरदे आ। उन्हां दा दुख चिंता अजे मुक्या नहीं। निंदक, निंदक का मतलब की है? निंदक वो है जो अकाल पुरख तो मुनकर है। होंदे प्रतख गुरु जो विछड़े, सतगुर दे प्रतख हुंदियां जो गुरु तो विछड़े रहिंदे ने, उन्हां नूं ढोई नहीं मिलदी। उन्हां दा दुख चिंता अजे मुक्या नहीं। कोई जाए मिले तिन निंदकां, जेड़े विछड़े ने गुरु तो, जेड़ा भी गुरु तो विछड़िया वो निंदक है जी। आत्मक लैवल की गल करते हैं। कोई जाए मिले तिन निंदकां मुंह फिके थुक थुक मोह पाई। जे कोई उन्हां दा संग भी करदा ओदा भी ओही हाल हो जाता। मुंह फिक्का ते मुंह ते फिटकारां पैंदियां। जो सतगुर फिटके से सब जगत फिटके नित भंबल भूसे खाही। जो सतगुर फिटके से सब जगत फिटके नित भंबल भूसे खाही। जो बंदे गुरु तो विछड़े हुए ने, संसार विच भी फिटकारे हुए ने, वो सदा ही डके डोले खांदे आ, भंबल भूसियां च रहिंदे आ। हुण आओ जिहड़ा लफ्ज आपां विचार रहे हैं, जिन गुर गोपिया अपना से लैंदे ढहा फिराही। जिन्हां ने गुरु हले प्रगट नहीं किया, जिहड़े विछड़े हुए ने, तां इह शब्द का अर्थ निकलूगा लुकोना। गोपना लुकोना, इहदा डिक्शनरी मीनिंग लुकोना। गुरु रब सारियां दे अंदर है, पर जिन्हां ने हली प्रगट नहीं किया, जिन्हां ने वो लुकिया ही रखिया, जिन गुर गोपिया अपना से लैंदे ढहा फिराही। वो सदा इदां ने जिद्दां वो ढाहां मारदे फिरदे आ। तिनकी भुख कदे ना उतरे नित भुखा भुख कुकाही। उन्हां दी तृष्णा नहीं कदे उतरदी। किन्ने धार्मिक प्रवृत्ति वाले लोग होणगे जिन्हां दे अंदर तृष्णा हो, सानू उपदेश देणगे वो कि भाई माया दे पिछे ना दौड़िया करो, ते आप माया इकट्ठी करदे आ। लोकां नू गुरु दा उपदेश सुनाउण खातर भी माया इकट्ठी करदे। तिनकी भुख कदे ना उतरे नित भुखा भुख कुकाही। वो साडा भला कर ही नहीं सकदे। उन्हां दा आखिया को ना सुने नित हौले हौल मराही।
देखो, गौड़ी सुखमनी दी बाणी है, जिस मन बसै आप निरंकार, तिसकी सीख तरै संसार। जे रब दीयां गल्लां करनियां ने ते ਉਹ ਪ੍ਰਗਟ ਹੋਇਆ ਹੋਣਾ ਚਾਹੀਦਾ, ਉਹਦੀ ਸੋਝੀ ਚਾਹੀਦੀ ਹੈ ਅੰਦਰ ਤੁਹਾਡੇ। ਉਹ ਸਿੱਖਿਆ ਦੇ ਨਾਲ ਫਿਰ ਭਲਾ ਹੋ ਸਕਦਾ। ਤੇ ਜੇਕਰ ਅੰਦਰੋਂ ਤ੍ਰਿਸ਼ਨਾ ਹੀ ਨਹੀਂ ਮੁੱਕੀ, ਭੁੱਖ ਹੀ ਨਹੀਂ ਮੁੱਕੀ, ਮਾਇਆ ਦੀ ਬਿਰਤੀ ਨਹੀਂ ਖਤਮ ਹੋਈ, ਉਹਨਾਂ ਦਾ ਆਖਿਆ ਕੋ ਨਾ ਸੁਣੈ, ਨਿਤ ਹੌਲੇ ਹੌਲ ਮਰਾਹੀ। ਇੰਨੀ ਇੰਨੀ ਜਿਹੜੀ ਇਹ ਮਾਇਆ ਬਿਰਤੀ ਹਾਵੀ ਹੋ ਜਾਂਦੀ ਹੈ ਕਿ ਸਾਡਾ ਮਨ ਹੀ ਨਹੀਂ ਕਰਦਾ ਉਹ ਗੱਲਾਂ ਸੁਣਨ ਨੂੰ, ਅਕਾਲ ਪੁਰਖ ਦੀਆਂ ਬਾਤਾਂ ਸੁਣਨ ਨੂੰ। ਉਦਾਂ ਦੇ ਕਰਨ ਵਾਲੇ, ਉਦਾਂ ਦੇ ਕਹਿਣ ਵਾਲੇ, ਜੋ ਆਪ ਤ੍ਰਿਸ਼ਨਾ ਚੋਂ ਨਹੀਂ ਨਿਕਲੇ ਜੀ, ਜੋ ਆਪ ਭੁੱਖੇ ਨੇ, ਉਹਨਾਂ ਦਾ ਆਖਿਆ ਕੋ ਨਾ ਸੁਣੈ, ਨਿਤ ਹੌਲੇ ਹੌਲ ਮਰਾਹੀ। ਉਹ ਚਿੰਤਾ ਦੇ ਫਿਕਰ ਚ ਖਪਦੇ ਖਪਦੇ ਮਰ ਜਾਂਦੇ ਆ। ਸਤਿਗੁਰ ਕੀ ਵਡਿਆਈ ਵੇਖ ਨਾ ਸਕਨੀ, ਉਹਨਾਂ ਅੱਗੇ ਪਿੱਛੇ ਥਾਉ ਨਾਹੀ। ਜੋ ਜਿਹੜੇ ਬੰਦੇ ਸਤਿਗੁਰ ਦੀ ਵਡਿਆਈ ਕੀ ਹੈ? ਬੰਦਗੀ ਉਹਦੀ, ਅਕਾਲ ਪੁਰਖ ਦੀ ਬੰਦਗੀ ਦਾ ਆਨੰਦ ਨਹੀਂ ਮਾਣਦੇ, ਉਹ ਲੋਕ ਪਰਲੋਕ ਦੋਨੇ ਗਵਾ ਲੈਂਦੇ। ਸਤਿਗੁਰ ਕੀ ਵਡਿਆਈ ਵੇਖ ਨਾ ਸਕਨੀ, ਉਹਨਾਂ ਅੱਗੇ ਪਿੱਛੇ ਥਾਉ ਨਾਹੀ। ਕਿਤੇ ਨਹੀਂ ਢੋਈ ਮਿਲਦੀ ਉਹਨਾਂ ਨੂੰ ਟਿਕਾ ਹੀ ਨਹੀਂ ਆਉਂਦਾ। ਜੋ ਸਤਿਗੁਰ ਮਾਰੇ ਤਿਨ ਜਾਏ ਮਿਲੈ, ਰਹਿੰਦੀ ਖੁੰਦੀ ਸਭ ਪਤ ਗਵਾਹੀ। ਗੁਰੂ ਤੋਂ ਵਿਛੜੇ ਹੋਏ ਬੰਦੇ ਨੂੰ ਜੋ ਵੀ ਜਾ ਕੇ ਮਿਲਦੇ ਨੇ, ਜੋ ਵੀ ਉਹਨਾਂ ਦਾ ਸੰਗ ਕਰਦੇ ਆ, ਉਹ ਵੀ ਆਪਣੀ ਮਾੜੀ ਮੋਟੀ ਇੱਜ਼ਤ ਗਵਾ ਬੈਂਦੇ ਆ, ਕਮਾਈ ਲੂਜ਼ ਕਰ ਦਿੰਦੇ ਆ। ਇੱਜ਼ਤ ਕੋਈ ਜਿਉਂ ਰਾਮ ਕਹੇ ਜਾਨੂੰ, ਜੇ ਕੋਈ ਮਾੜੀ ਮੋਟੀ ਉਹਨਾਂ ਨੇ ਕਮਾਈ ਕੀਤੀ ਵੀ ਹੁੰਦੀ ਹੈ, ਮਾੜਿਆਂ ਦਾ ਸੰਗ ਕਰਕੇ ਉਹ ਵੀ ਗਵਾ ਬੈਠਦੇ ਆ। ਓਏ ਅੱਗੇ ਕੁਸ਼ਤੀ ਗੁਰ ਕੇ ਫਿਟ ਕੇ, ਜੇ ਉਸ ਮਿਲੇ ਤਿਸ ਕੁਸ਼ਟ ਉਠਾਹੀ। ਕੁਸ਼ਤੀ, ਗੁਰੂ ਤੋਂ ਖੁੰਝੇ ਲੋਕ ਅੱਗੇ ਹੀ ਕੋੜੇ ਨੇ। ਇਹ ਅਕਾਲ ਪੁਰਖ ਮੈਨੂੰ ਉਹਨਾਂ ਦੇ ਮੂੰਹ ਨਾ ਲਾਈ। ਜੋ ਸਤਿਗੁਰ ਨੂੰ ਛੱਡ ਕੇ ਮਾਇਆ ਦਵੈਤ ਵਿੱਚ ਜੁੜੇ ਨੇ, ਉਹ ਤੇ ਮੈਨੂੰ ਵੀ ਖਰਾਬ ਕਰ ਦੇਣਗੇ, ਮੈਨੂੰ ਵੀ ਉਹ ਕੋੜ ਚਵੇੜ ਦੇਣਗੇ। ਹਰ ਤਿਨ ਕਾ ਦਰਸ਼ਨ ਨਾ ਕਰੋ, ਜੋ ਦੂਜੇ ਭਾਏ ਚਿੱਤ ਲਾਹੀ। ਉਹਨਾਂ ਨੂੰ ਦੇਖਣਾ ਵੀ ਮੁਨਾਸਿਬ ਨਹੀਂ ਹੈ। ਜਿਹੜੇ ਮਾਇਆ 'ਚ ਆਪਣਾ ਚਿੱਤ ਜੋੜ ਕੇ ਰੱਖਦੇ ਆ, ਜਿਨ੍ਹਾਂ ਦੀ ਹਲੇ ਪਾਪ ਬਿਰਤੀ ਨਹੀਂ ਮੁੱਕੀ, ਜਿਨ੍ਹਾਂ ਨੇ ਗੁਰੂ ਨੂੰ ਗੋਪਿਆ ਹੋਇਆ, ਜਿਨ੍ਹਾਂ ਦੇ ਅੰਦਰ ਪ੍ਰਗਟ ਹੀ ਨਹੀਂ ਹੋਇਆ ਅਜੇ ਅਕਾਲ ਪੁਰਖ, ਉਹਨਾਂ ਦੇ ਸੁਧਰਨ ਦੀ ਕੋਈ ਗੁੰਜਾਇਸ਼ ਨਹੀਂ ਹੈ, ਕਿਉਂਕਿ ਕਰਤਾਰ ਨੇ ਉਹਨਾਂ ਦੇ ਕੀਤੇ ਕਰਮਾਂ ਮੁਤਾਬਕ ਧੁਰ ਕਰਤੈ ਆਪ ਲਿਖ ਪਾਇਆ, ਤਿਸ ਨਾਲ ਕਿਉ ਚਾਰਾ ਨਹੀਂ।
ਕਰਤਾਰ ਨੇ ਉਹਨਾਂ ਦੇ ਕੀਤੇ ਕਰਮਾਂ ਮੁਤਾਬਕ ਮੁੱਢ ਤੋਂ ਹੀ ਦੂਜੇ ਭਾਵ ਦੇ ਸੰਸਕਾਰ ਉਹਨਾਂ ਦੇ ਮਨਾਂ 'ਚ ਲਿਖ ਕੇ ਪਾ ਦਿੱਤੇ ਨੇ। ਜਨ ਨਾਨਕ ਨਾਮ ਅਰਾਧ ਤੂੰ ਤਿਸ ਅੱਪੜ ਕੋ ਨਾ ਸਕਾਹੀ। ਬੰਦਾ ਕੇਵਲ ਉਸ ਕਰਤੇ ਪੁਰਖ ਦਾ ਨਾਮ ਜਪੇ ਜਿਸ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਤਿਸ ਅੱਪੜ ਕੋ ਨਾ ਸਕਾਹੀ, ਜਿਸ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਨਾਵੇਂ ਕੀ ਵਡਿਆਈ ਵੱਡੀ ਹੈ, ਨਿਤ ਸਵਾਈ ਚੜ੍ਹੈ ਚੜਾਈ। ਨਾਮ ਦੀਆਂ ਬਰਕਤਾਂ ਬਹੁਤ ਵੱਡੀਆਂ ਨੇ ਔਰ ਇਹ ਦਿਨੋਂ ਦਿਨ ਵੱਧਦੀਆਂ ਨੇ। ਦਿਨੋਂ ਦਿਨ ਵੱਧਦੀਆਂ ਨੇ। ਜਿਉਂ ਜਿਉਂ ਰਾਮ ਕਹੇ ਜਨ ਉੱਚੇ। ਜਨ ਨਾਨਕ ਨਾਮ ਅਰਾਧ ਤੂੰ ਤਿਸ ਅੱਪੜ ਕੋ ਨਾ ਸਕਾਹੀ। ਨਾਵੇਂ ਕੀ ਵਡਿਆਈ ਵੱਡੀ ਹੈ, ਨਿਤ ਸਵਾਈ ਚੜ੍ਹੈ ਚੜਾਈ। ਇਹ ਹੈ ਨਾਮ ਜਪਣ ਦੇ ਫਾਇਦੇ। ਨਾਮ ਜਪ ਕੇ ਹੋਣਾ ਕੀ ਹੈ? ਉਦਮ ਵੀ ਕਰਨਾ ਪਊ, ਅਰਦਾਸ ਵੀ ਕਰਨੀ ਪਊ, ਨਾਮ ਵੀ ਜਪਣਾ ਪਊ। ਨਾਮ ਜਪਣ ਦੇ ਵਿੱਚ ਹੀ ਉਦਮ ਹੈ, ਨਾਮ ਜਪਣ ਦੇ ਵਿੱਚ ਹੀ ਅਰਦਾਸ ਹੈ। ਬੇਨਤੀ ਰੂਪ ਹੋ ਕੇ ਗਰੀਬੀ ਭਾਵ ਹੈ, ਤੁਹਾਡੇ ਅੰਦਰ ਗਰੀਬੀ ਭਾਵ ਹੈ। ਬਿਨ ਬੋਲਿਆ ਸਭ ਕੁਝ ਜਾਣਦਾ, ਕੁਛ ਕਹਿਣ ਦੀ ਲੋੜ ਨਹੀਂ ਉਹਨੂੰ, ਕੁਛ ਕਹਿਣ ਦੀ ਲੋੜ ਨਹੀਂ ਹੈ। ਹਫ਼ਤੇ ਬਾਅਦ ਘੰਟਾ ਜਾਣਾ, 1 ਘੰਟਾ ਉੱਥੇ ਜਾ ਕੇ ਬਹਿਣਾ ਗੁਰਦੁਆਰੇ 'ਚ। ਸਾਡੇ ਵਰਗੇ ਲੋਕ ਦੁਨੀਆ ਭਰ ਦੀਆਂ ਚੀਜ਼ਾਂ ਅਸੀਂ ਮੰਗਦੇ ਹਾਂ। ਕਿਹੜੇ ਮੂੰਹ ਨਾਲ ਬਈ? ਨਾ ਸਾਡੀ ਚੁਗਲੀ ਕਰਨ ਦੀ ਬਿਰਤੀ ਗਈ ਹੈ, ਨਾ ਸਾਡੀ ਨਿੰਦਾ ਕਰਨ ਦੀ ਬਿਰਤੀ ਗਈ ਹੈ, ਨਾ ਅਸੀਂ ਮਿਹਨਤ ਕਰ ਰਹੇ ਹਾਂ, ਨਾ ਅਸੀਂ ਸ਼ਬਦ ਦਾ ਅਭਿਆਸ ਕਰ ਰਹੇ ਹਾਂ, ਨਾ ਅਸੀਂ ਬਾਣੀ ਨੂੰ ਮੰਨ ਰਹੇ ਹਾਂ। ਕਿਹੜੇ ਮੂੰਹ ਨਾਲ ਅਸੀਂ ਪੈਸੇ ਦੇ ਕੇ ਲੋਕਾਂ ਤੋਂ ਅਰਦਾਸਾਂ ਕਰਾਈ ਜਾਂਦੇ ਹਾਂ? ਠੀਕ ਹੈ, ਤੁਹਾਡਾ ਭਰੋਸਾ ਹੈ, ਤੁਸੀਂ ਕਰੋ ਜ਼ਰੂਰ, ਲੇਕਿਨ ਮੰਨਿਆ ਨਹੀਂ ਗਿਆ ਇਹਨੂੰ। ਬ੍ਰਹਮ ਗਿਆਨ ਨਾਲ ਇਸ ਚੀਜ਼ ਦਾ ਕੋਈ ਤਲਕ ਨਹੀਂ ਹੈ। ਹੁਣ ਇਹ ਫੈਸਲਾ ਤੁਸੀਂ ਆਪ ਕਰਨਾ। ਆਪਣੀ ਅਰਦਾਸ ਵੀ ਆਪ ਕਰੋ, ਜੇਕਰ ਲੋੜ ਹੈ ਅਰਦਾਸ ਵੀ ਆਪ ਕਰੋ, ਪਰ ਇਹ ਸਮਝ ਲਓ ਕਿ ਵਿਣ ਬੋਲਿਆ ਸਭ ਕੁਝ ਜਾਣਦਾ। ਸਟੇਟ ਆਫ ਮਾਈਂਡ ਇੱਥੋਂ ਤੱਕ ਆ ਜਾਂਦੀ ਹੈ। ਨਾਮ ਜਪਣਾ ਹੀ ਅਰਦਾਸ ਹੈ। ਕਰਤਾ ਪੁਰਖ ਆਪ ਫਿਕਰ ਕਰੂ, ਫਿਰ ਮੇਰੇ ਅਭਿਆਸੀ ਨੂੰ ਕਿਹੜੀ ਚੀਜ਼ ਦੀ ਲੋੜ ਆ, ਉਹ ਚੀਜ਼ ਉਹਦੇ ਅੱਗੇ ਦੁਨਿਆਵੀ ਵੀ ਹੈ, ਚਾਹੇ ਉਹ ਇੰਨਾ ਭਰੋਸਾ ਉਹਦਾ ਵੱਜੇਗਾ ਕਿ ਉਹ ਉਹਦੇ ਅੱਗੇ ਚੀਜ਼ ਤੁਰਦੀ ਫਿਰਦੀ ਹੋ। ਵਿਣ ਬੋਲਿਆ ਸਭ ਕੁਝ ਜਾਣਦਾ। ਸੋ ਨਾਵੇਂ ਕੀ ਵਡਿਆਈ ਵੱਡੀ ਹੈ। ਸਭ ਤੋਂ ਉੱਤਮ ਨਾਮ ਦਾ ਸ਼ਬਦ ਦਾ ਅਭਿਆਸ ਹੈ, ਭਗਤੀ ਹੈ। ਔਰ ਇਹ ਜਿਉਂ-ਜਿਉਂ ਅਸੀਂ ਇਮਾਨਦਾਰੀ ਨਾਲ ਇਹ ਭਗਤੀ ਕਰਦੇ ਹਾਂ, ਨਿਤ ਸਵਾਈ ਚੜ੍ਹੈ ਚੜਾਈ, ਦਿਨੋਂ ਦਿਨ ਇਹ ਫਿਰ ਵੱਧਦੀ ਹੈ। ਹੋਰ ਅੱਗੇ ਚਲੀਏ ਜੀ, ਸ਼ਬਦ ਦਾ ਤੀਜਾ ਹਿੱਸਾ। ਇਹ ਸ਼ਬਦ ਆਮ ਰਾਗੀ ਨਹੀਂ ਕਦੇ ਟੇਪਾਂ ਟੂਪਾਂ ਤੁਸੀਂ ਨਹੀਂ ਸੁਣ ਸਕਦੇ, ਪੜ੍ਹਦੇ ਹੀ ਨਹੀਂ ਕਿਉਂਕਿ। ਸੋ ਜਾਂ ਤੇ ਆਪਣੇ ਆਪਣੇ ਸਹਿਜ ਪਾਠ ਹੌਲੀ ਹੌਲੀ ਵਿਚਾਰਦੇ ਰਹੋ, ਕਰਦੇ ਰਹੋ। ਇਹ ਸ਼ਬਦ ਇਦਾਂ ਦੇ ਮਿਲਣਗੇ। ਆਪ ਕਰਨਾ ਪਊ, ਮਿਹਨਤ ਆਪ ਕਰਨੀ ਪੈਣੀ। ਬਸ ਮੈਂ ਸ਼ੁਰੂ ਤੋਂ ਇਹੀ ਗੱਲਾਂ ਕਰਦਾ ਆ ਰਿਹਾ ਕਿ ਕਰਾਏ ਹੋਏ ਪਾਠ ਦਾ ਨਹੀਂ ਕੋਈ ਫਾਇਦਾ, ਲਾਭ ਹੋਣਾ। ਆਪ ਕਰਨਾ ਪਊ। ਜੇਕਰ ਤੁਸੀਂ ਬਾਣੀ ਵੀ ਪੜ੍ਹਨੀ ਹੈ, ਆਪ ਪੜ੍ਹੋ, ਬਾਣੀ ਨੂੰ ਆਪ ਵਿਚਾਰੋ, ਹੈਲਪ ਲੈ ਲਓ, ਡਿਕਸ਼ਨਰੀ ਮੀਨਿੰਗਸ ਲੈ ਲਓ,
डिस्कशंस लै लो, इन्ने ग्रुप्स ने। कोई उसारू काम करो अपने वास्ते, अपने आत्मक अपनी आत्मक अवस्था वास्ते। अगे चलिए, महला चौथा। जे हुंदा गुरु बह टिकिया, तिस जन की वड्याई वड्डी हुई। जिस अभ्यासी ने हाजिर नाजर प्रभ दी असीस प्राप्त कर ली है, वो नाम अभ्यासी ही पंच प्रवान है। टिकिया हुण ये है कि तिलक दिता, तिलक ये हुण कोई दुनियावी गल ते है नहीं गी। तिलक किथे देना? मथे ते दिखा के थोड़ा देना सतगुर ने, पॉसिबल ही नहीं है कि मथे ते टिक्का लग जू ओदे। जे हुंदा गुरु बह टिकिया, भाव की होया? असीस, शब्द रूपी असीस। हाजिर नाजर, हाजिर ये मनना पऊ, सानू ये भरोसा करना पऊ, प्रतीत लियानी पऊ, तां असीं समझांगे भी गुरु सानू वेख रिहा। प्रभ मेरा अंतर बैठा वेख्या, किते बाहर नहीं है। ते उन्हें टिक्का किदां देना या तिलक किदां लाउणा है? असीस दे के, शब्द की कमाई दे नाल ज्यों ज्यों राम कहे जन उचे। तिस जन की वड्याई वड्डी होई। ਇਹ ਨਹੀਂ ਵੀ ਉਹਦੀ ਸੋਭਾ ਹੁੰਦੀ ਹੈ, अर्थ ਕੀਤੇ ਆ ਵੀ ਉਹਦੀ ਬਹੁਤ ਸੋਭਾ ਹੁੰਦੀ ਹੈ। ਨਹੀਂ, ਉਹ ਅਭਿਆਸੀ ਅਕਾਲ ਪੁਰਖ ਦੇ ਦਰ ਤੇ ਪ੍ਰਵਾਨ ਹੋ ਜਾਂਦਾ, ਪੰਚ ਪ੍ਰਵਾਨ ਹੋ ਜਾਂਦਾ। ਉਹ ਅਭਿਆਸੀ ਜੋ ਸਰਬ श्रेष्ठ बन जाते हैं भगती करके। तिसको जगत निव्या सब पैरी पया, जस वरत्या लोई। जो वो अभ्यासी जो सर्वश्रेष्ठ ने, जो नाम पदार्थ के हकदार ने, वही पंच प्रवान ने। वो पंच प्रवान दे मार्ग दर्शन ते बेनती रूप होके बंदगी करते हैं, क्योंकि ओदी भगती दी शोभा सारे जगत विच खिलर जाती है। तिसको जगत निव्या सब पैरी पया, जस वरत्या लोई। तिसको खंड ब्रह्मांड नमस्कार करे, जिसके मस्तक हाथ धरिया, गुर पूरै सो पूरा होई। जिस भगत दे उत्ते पूरे गुरु दी रहमत है, उसदी प्रभ दर ते शोभा हुंदी है। गुर की वड्याई नित चढ़ै सवाई, अपड़ को ना सकोई। सतगुरु की महिमा दिनों दिन वधदी है, ते कोई भी उस प्रभु की बराबरी नहीं कर सकता। जन नानक हर करतै आप बह टिकिया, आपे पैज रखै प्रभ सोई। किसे नू टिकना, टिकना मतलब किसे नू एस्टैबलिश करना, टिकना, किसे नू एस्टैबलिश करना। हुण नानक जोत आप जन बन के फरमाते ने। नानक दे कक्के नू औंकड़ आ गया। आप जन बन के, आप उस बंदगी करने वाले दे रूप विच जन बन के, गरीब बन के, क्योंकि पहली कंडीशन ये है कि गरीबी गदा ये रखना पऊ, गरीबी भाव रखना पऊ। सो की कहते हैं कि प्रभु दी असीस सदका करतार ने
मैनू नाम वाले पासे लाई रखिया, आपे पैज रखै प्रभ सोई। पैज रखनी की है कि अभ्यासी नू नाम वाले पासे लाई रखिया, कोई रुकावट ही नहीं राह दे विच। जन नानक हर करतै, इंटरनली करते नहीं, करतै अंदर, आप बह टिकिया। आप अकाल पुरख ने मैनू इस्टैबलिश किया। की कीता? असीस दिती है। की असीस दिती है कि मैनू भजन बंदगी वाले पासे लाई रखे। यही है भी लाज रख ली, इत्थे आके असी माया बिरती तो दूर रहे हैं, काम क्रोध लोभ मोह हंकार तो दूर रहे हैं, निंदिया चुगली तो दूर रहे हैं, गुरु तो विछड़े नहीं है, गुरु नू असी गोप के नहीं रखिया। ये सीस मिली है। मिली किदां? नाम जप के। गुर की वड्याई नित चढ़ै सवाई, अपड़ को ना सकोई। जन नानक हर करतै आप बह टिकिया, प्रभ मेरा अंतर बैठा वेखै। उत्थे ही असीस मिलनी है, उत्थे ही करते पुरख दा वासा, साडे अंदर ही, बाहर किते नहीं है। बाहर की है? जहां जाऊं तह जल पखान, या उत्थे पानी दे तलाब बने हुए है, या उत्थे पत्थर है, पत्थर दी बिल्डिंग है। जहां जाऊं तैं जल पखान, जिथे भी किते जाना मैं किसी भी तीरथ ते, या उत्थे पानी है या उत्थे पत्थर है। सो ये टिक्का देना, तिलक देना की है? ये शब्द रूपी असीस है कि अपने जन नू, अपने भगत नू करता पुरख अपनी रहमत दे नाल नाम जपण वाले पासे लाई रखदा है। होर अगे चलिए जी, चौथा हिस्सा शब्द दा, पौड़ी। इहदे च हुण तत्त वस्तु निकलनी साडे कोल। काया कोट अपार है, अंदर हट नाले। क्यों क्या गया? क्यों लिखा गया है? इहदी वैल्यू की है? काया कोट अपार है, अंदर हट नाले। भाव मन नू किते जाण दी लोड़ नहीं है। जो ब्रह्मंडे सोई पिंडे, जो खोजै सु पावै। शरीर एक खूबसूरत किला है, जिदे अंदर हट नाले, वड्डे वड्डे हट ने, जिदे अंदर वड्डे वड्डे बाजार ने, जिदे अंदर गुरमुख सौदा जो करे, हर वस्त संभाले। सौदा, सौदा कादा? नाम दा व्यापार। सच्चा सौदा हर नाम है, सच्चा व्यापारा राम। महला पहला। वो अभ्यासी करते पुरख दी नाम वखर संभाल लेंदा। संभालन दी अवस्था तक पहुंचदा। संभालना, सोदर तेरा केहा सो कर केहा, जित बह सर्ब संभाले। ये एक अवस्था है, हर वस्त संभाले। गुरमुख सौदा जो करे। जो मनुख सतगुर नू हाजिर नाजिर जान के शब्द का अभ्यास करदे आ, गुरमुख सौदा जो करे। कि सौदा, सच्चा सौदा हर नाम है, सच्चा व्यापारा राम। सो ओ अभ्यासी ए नाम दी वखर संभाल लेंदा। नाम निधान हर वणजी है, हीरे परवाले। शरीर रूपी किले विच केवल ते केवल नाम दा खजाना ही वणजिया जा सकता है। एक कीमती हीरे रूपी नाम धन वखर सदा नाल निभण वाला खजाना है। नाम निधान हर वणजी है, हीरे परवाले।
ਵਿਣ ਕਾਇਆ ਜੇ ਹੋਰ ਥੈਂ ਧਨ ਖੋਜਦੇ ਸੇ ਮੂੜ ਬੇਤਾਲੇ। ਜੋ ਇਸ ਸਰੀਰ ਤੋਂ ਬਿਨਾ ਨਾਮ ਰੂਪੀ ਵਖਰ ਬਾਹਰ ਭਾਲਦੇ ਆ, ਉਹ ਮੂਰਖ ਵੀ ਨੇ, ਉਹ ਬੇਤਾਲੇ ਵੀ ਨੇ। ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਸੁਰ ਵਿੱਚ ਨਹੀਂ ਹੈ, ਉਹ ਸਟੇਬਲ ਨਹੀਂ ਹੈ, ਉਹ ਲੀਹ ਤੇ ਨਹੀਂ ਹੈ, ਜਿਹੜੀ ਲੀਹ ਤੇ ਬਾਬਾ ਨਾਨਕ ਸਾਨੂੰ ਤੋਰ ਰਿਹਾ। ਉਹ ਬੇਤਾਲੇ ਨੇ। ਵਿਣ ਕਾਇਆ ਜੇ ਹੋਰ ਥੈਂ ਧਨ ਖੋਜਦੇ ਸੇ ਮੂੜ ਬੇਤਾਲੇ। ਸੇ ਉਜੜ ਭਰਮ ਭਵਾਈਐ ਜਿਉ ਝਾੜ ਮਿਰਗ ਭਾਲੇ। ਹੁਣ ਜਿਵੇਂ ਹਿਰਨ ਨੂੰ ਨਹੀਂ ਪਤਾ ਹੁੰਦਾ, ਮਿਰਗ ਨੂੰ ਨਹੀਂ ਪਤਾ ਹੁੰਦਾ ਕਿ ਕਸਤੂਰੀ ਉਹਦੀ ਨਾਭੀ ਵਿੱਚ ਹੀ ਹੈ। ਉਹ ਜਿਉਂ-ਜਿਉਂ ਸਰੋਦ ਸੁਣਦਾ ਹੈ, ਆਵਾਜ਼ ਉਹ ਸਾਜ਼ ਦੀ ਸੁਣਦਾ ਹੈ, ਤਿਉਂ-ਤਿਉਂ ਉਹਦੀ ਨਾਭੀ ਵਿੱਚੋਂ, ਕਿਉਂਕਿ ਉਹ ਖਿੜਾ ਆਉਂਦਾ ਉਹਨੂੰ, ਉਹਦੀ ਨਾਭੀ ਦੇ ਵਿੱਚੋਂ ਕਸਤੂਰੀ ਦੀ ਖੁਸ਼ਬੂ ਆਉਣੀ ਸ਼ੁਰੂ ਹੁੰਦੀ ਹੈ। ਤੇ ਉਹ ਖੁਸ਼ਬੂ ਨੂੰ ਹੀ ਭਾਲਦਾ ਭਾਲਦਾ ਸ਼ਿਕਾਰੀ ਵਾਲੇ ਬੰਨੇ ਨੂੰ ਤੁਰਨਾ ਭੱਜਣਾ ਆਰੰਭ ਕਰ ਦਿੰਦਾ। ਸੋ ਜਿਵੇਂ ਮਿਰਗ ਨੂੰ ਨਹੀਂ ਪਤਾ ਕਿ ਕਸਤੂਰੀ ਉਹਦੀ ਨਾਭੀ ਵਿੱਚ ਹੈ, ਉਹ ਬਾਹਰ ਝਾੜੀਆਂ 'ਚ ਲੱਭਦਾ ਫਿਰਦਾ, ਤਿਵੇਂ ਹੀ ਐਸੇ ਮਨੁੱਖ ਭਰਮਾਂ 'ਚ ਫਸੇ ਹੋਏ ਨੇ, ਜਿਹੜੇ ਰੱਬ ਦੀ ਭਾਲ ਲਈ ਜੰਗਲਾਂ 'ਚ ਭੌਂਦੇ ਫਿਰਦੇ। ਸੇ ਉਜੜ ਭਰਮ ਭਵਾਈ ਹੈ ਜਿਉਂ ਝਾੜ ਮਿਰਗ ਭਾਲੇ। ਅਕਾਲ ਪੁਰਖ ਕਿਤੇ ਬਾਹਰ ਨਹੀਂ ਹੈ, ਅਕਾਲ ਪੁਰਖ ਅੰਦਰ ਹੀ ਹੈ। ਤੇ ਸਾਨੂੰ ਇਹ ਮਨ ਦੀ ਜਿਹੜੀ ਬਿਰਤੀ ਹੀ ਬਦਲਣੀ ਪੈਣੀ ਹੈ। ਮਨ ਨੂੰ ਟਿਕਾਉਣਾ ਪੈਣਾ, ਵਿਚਾਰ ਖਤਮ ਕਰਨੇ ਪੈਣੇ ਹੈ। ਇਸ ਦੇ ਨਾਲ ਹੀ ਸਾਡਾ ਉਧਾਰ ਹੋ ਸਕਦਾ। ਤੇ ਉਹਦਾ ਇੱਕੋ ਇੱਕ ਜ਼ਰੀਆ ਹੈ, ਇੱਕੋ ਇੱਕ ਜ਼ਰੀਆ, ਉਹ ਹੈ ਸ਼ਬਦ ਦਾ ਅਭਿਆਸ। ਸ਼ਬਦ ਦਾ ਅਭਿਆਸ ਕਰਨਾ ਪੈਣਾ, ਨਾਮ ਜਪਣਾ ਹੀ ਪੈਣਾ। ਨਾਮ ਜਪਣਾ, ਜਿੰਨਾ ਸਮਾਂ ਕੱਢ ਸਕਦੇ ਆ ਸ਼ਬਦ ਦਾ ਅਭਿਆਸ ਕਰੋ, ਆਪਣੀ ਪ੍ਰੈਕਟਿਸ ਕਰੋ। 10 ਮਿੰਟ ਲਾ ਲਓ, 15 ਮਿੰਟ ਲਾ ਲਓ, 20 ਮਿੰਟ ਲਾ ਲਓ, ਹੌਲੀ ਹੌਲੀ, ਪਰ ਲਾਉਣੇ ਹੈ ਨਿੱਠ ਕੇ, ਪੂਰੀ ਪ੍ਰੈਜ਼ੈਂਸ ਦੇ ਨਾਲ। ਜਿੰਨਾ ਤੁਹਾਨੂੰ ਸਮਾਂ ਅਲਾਓ ਕਰਦਾ ਤੁਹਾਡਾ ਸਰੀਰ, ਤੁਹਾਡੀ ਸੁਰਤੀ, ਓਨਾ ਸਮਾਂ ਨਾਮ ਅਭਿਆਸ ਨੂੰ ਦਿਓ। ਭਰੋਸਾ ਪੱਕਾ ਕਰੋ। ਕਰਤੇ ਪੁਰਖ ਨੂੰ ਹਾਜ਼ਰ ਨਾਜ਼ਰ, ਨਾਜ਼ਰ ਦਾ ਮਤਲਬ ਹਾਜ਼ਰ ਨਾਜ਼ਰ ਸਾਰੀ ਕਹਿ ਦਿੰਨੇ ਆ ਅਸੀਂ, ਪਰ ਨਾਜ਼ਰ ਦਾ ਜਿਹੜਾ ਮਤਲਬ ਹੈ ਕਈ ਵਾਰੀ ਸਾਨੂੰ ਪਤਾ ਹੀ ਨਹੀਂ ਹੁੰਦਾ। ਨਾਜ਼ਰ ਦਾ ਮਤਲਬ ਹੈ ਜਿਹੜਾ ਸਾਡੀ ਨਿਗਰਾਨੀ ਕਰਦਾ, ਜਿਹਦੀ ਨਿਗਾਹ ਸਾਡੇ ਤੇ ਆਲਵੇਜ਼ ਰਹਿੰਦੀ ਹੈ। ਹਾਜ਼ਰ ਨਾਜ਼ਰ, ਉਹ ਹਾਜ਼ਰ ਵੀ ਹੈ ਤੇ ਸਾਡੀ ਨਿਗਰਾਨੀ ਵੀ ਕਰ ਰਿਹਾ। ਕਾਇਆ ਕੋਟ ਅਪਾਰ ਹੈ ਅੰਦਰ ਹਟ ਨਾਲੇ, ਗੁਰਮੁਖ ਸੌਦਾ ਜੋ ਕਰੇ ਹਰ ਵਸਤ ਸੰਭਾਲੇ। ਨਾਮ ਨਿਧਾਨ ਹਰ ਵਣਜੀਆ ਹੀਰੇ ਪਰਵਾਲੇ। ਵਿਣ ਕਾਇਆ ਜੇ ਹੋਰ ਥੈਂ ਧਨ ਖੋਜਦੇ ਸੇ ਮੂੜ ਬੇਤਾਲੇ। ਇਹ ਲੱਭਣਾ ਅੰਦਰੋਂ ਹੀ ਆ ਸਾਰਾ। ਪ੍ਰਕਾਸ਼, ਅਕਾਲ ਪੁਰਖ ਸਭ ਅੰਦਰੋਂ ਮਿਲਣਾ। ਵਿਣ ਕਾਇਆ ਜੇ ਹੋਰ ਥੈਂ ਧਨ ਖੋਜਦੇ ਸੇ ਮੂੜ ਬੇਤਾਲੇ। ਸੇ ਉਜੜ ਭਰਮ ਭਵਾਈਐ ਜਿਉ ਝਾੜ ਮਿਰਗ ਭਾਲੇ। ਜਿਵੇਂ ਕਸਤੂਰੀ ਉਹ ਝਾੜੀਆਂ 'ਚ ਲੱਭਦਾ ਫਿਰਦਾ ਹਿਰਨ, ਐਵੇਂ ਅਸੀਂ ਰੱਬ ਨੂੰ ਮੰਦਰਾਂ, ਮਸਜਿਦਾਂ, ਗੁਰਦੁਆਰਿਆਂ 'ਚ ਲੱਭਦੇ ਫਿਰਦੇ ਆ। ਇਹ ਸਾਡੀਆਂ ਧਾਰਮਿਕ ਸਕੂਲ ਨੇ, ਸਾਡੀ ਪਾਠਸ਼ਾਲਾ ਹੈ।
ਜਿੱਥੋਂ ਅਸੀਂ ਗੁਰਬਾਣੀ ਸੁਣ ਕੇ ਸਿੱਖਣੀ ਹੈ, ਅਮਲ 'ਚ ਲੈ ਕੇ ਆਉਣੀ ਹੈ, ਫਾਰਮੈਲਿਟੀ ਨਹੀਂ ਪੂਰੀ ਕਰਨੀ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਇੱਥੇ ਆਪਾਂ ਅੱਜ ਵਿਚਾਰ ਆਪਣੀ ਸਮਾਪਤ ਕਰਦੇ ਹਾਂ ਜੀ।